ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ। ਗੁਰਮੁਖ ਦੁਖ ਕਦੇ ਨ ਲੱਗੈ ਸਰੀਰ, ਗੁਰਮੁਖ ਹਉਮੈ ਚੁਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 125 ਉੱਪਰ ਸੁਭਾਏਮਾਨ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਗੁਰਮੁਖਾਂ ਦੀ ਅਵਸਥਾ, ਜਿਹੜੇ ਪਰਮੇਸ਼ਰ ਨਾਲ ਇੱਕਮਿਕ ਹੋ ਗਏ, ਉਹਨਾਂ ਦਾ ਜੀਵਨ, ਉਹਨਾਂ ਦੀ ਅਵਸਥਾ ਕੈਸੀ ਬਣ ਜਾਂਦੀ ਹੈ। ਪਿੱਛੇ ਆਪਾਂ ਸਰਵਣ ਕੀਤਾ ਸੀ ਕਿ ਉਹ ਪਰਮੇਸ਼ਰ ਜਿਹੜਾ ਕਿਵੇਂ ਮਿਲਦਾ ਹੈ। ਗੁਰਮੁਖ ਮਿਲੈ ਮਿਲਾਏ ਆਪੇ। ਪਰਮੇਸ਼ਰ ਆਪ ਹੀ ਦੁਨੀਆ ਵਿੱਚ ਗੁਰੂ ਬਣ ਕੇ ਆਉਂਦਾ ਹੈ ਔਰ ਗੁਰੂ ਬਣ ਕੇ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ। ਅਤੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ, ਕਾਲ ਨਾ ਜੋ ਹੈ ਦੁੱਖ ਨਾ ਸੰਤਾਪੈ। ਉਹਨਾਂ ਨੂੰ ਕਾਲ ਮੌਤ ਨਹੀਂ ਜੋ ਸਕਦੀ ਫੜ ਸਕਦੀ, ਉਹਨਾਂ ਨੂੰ ਦੁੱਖ ਨਹੀਂ ਵਿਆਪ ਸਕਦਾ। ਹਉਮੈ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਕਾਰਨ ਕੀ ਹੈ? ਦੁੱਖ ਸਾਰੇ ਹਉਮੈ ਕਾਰਨ ਲੱਗਦੇ ਹੈ। ਪੰਜਾਂ ਵਿਕਾਰਾਂ ਦੇ ਕਾਰਨ ਹੀ ਸਾਡੇ ਸਰੀਰ ਨੂੰ ਦੁੱਖ ਵਿਆਪਦੇ ਹੈ। ਜਦੋਂ ਇਹ ਪੰਜੇ ਵਿਕਾਰ ਮਰ ਗਏ ਤੇ ਦੁੱਖ ਵੀ ਫੀਲ ਨਹੀਂ ਹੁੰਦਾ। ਅੱਜ ਦਾ ਸ਼ਬਦ ਹੈ, ਅਗਲਾ ਪੜ੍ਹਿਆ ਆਪਾਂ ਚੌਥਾ ਪਦਾ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖਾਂ ਨੂੰ ਸਰੀਰਕ ਦੁੱਖ ਨਹੀਂ ਵਿਆਪਦਾ। ਭਾਵ ਉਹ ਆਪਣੀ ਅਵਸਥਾ ਨੂੰ, ਆਪਣੇ ਖਿਆਲ ਨੂੰ, ਆਪਣੀ ਸੁਰਤ ਨੂੰ ਸਰੀਰ ਤੋਂ ਅਲੱਗ ਕਰ ਲੈਂਦੇ ਆ। ਉਸੇ ਨੂੰ ਹੀ ਦੁੱਖ ਫੀਲ ਹੁੰਦਾ ਜ਼ਿਆਦਾ, ਉਸੇ ਨੂੰ ਹੀ ਵਿਆਪਦਾ ਜਿਹੜਾ ਸਰੀਰਾਂ ਨਾਲ ਜੁੜਿਆ ਹੋਇਆ, ਜਿਹੜਾ ਪੰਜਾਂ ਵਿਕਾਰਾਂ ਨਾਲ ਜੁੜਿਆ ਹੋਇਆ। ਜਿਵੇਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਲਕ ਭਾਗੋ ਦੀਆਂ ਪੂਰੀਆਂ 'ਚੋਂ ਖੂਨ ਕੱਢ ਕੇ ਵਿਖਾ ਦਿੱਤਾ। ਹੁਣ ਭਰੀ ਸਭਾ ਦੇ ਵਿੱਚ ਜਿਹੜਾ ਹਰ ਸਾਲ ਛਮਾਹੀ ਦੇਸੀ ਘਿਓ ਦੀਆਂ ਜਲੇਬੀਆਂ ਦਾ, ਦੇਸੀ ਘਿਓ ਦਾ ਲੰਗਰ ਲਾਉਂਦਾ ਹੈ, ਪਰ ਉਹ ਪੈਸਾ ਆਉਂਦਾ ਕਿੱਥੋਂ ਹੈ? ਇਸ ਕਰਕੇ ਜਿੱਥੋਂ ਪੈਸਾ ਆਉਂਦਾ ਹੈ ਤੇ ਫਿਰ ਉਹ ਪੈਸੇ ਦਾ ਰੰਗ ਉਹੇ ਜਿਹਾ। ਹੁਣ ਇਹ ਮੰਤਰੀ ਹੈ ਮੌਕੇ ਦੇ ਰਾਜੇ ਦਾ, ਮਲਕ ਭਾਗੋ, ਬਾਕੀ ਤਾਂ ਸਾਰੇ ਕੇਵਲ ਭੋਜਨ ਵੇਖਦੇ ਹਨ, ਬਈ ਦੇਸੀ ਘਿਓ 'ਚ ਬਣਾਇਆ ਹੈ।
बड़े स्वाद नाल खांदे है, पर बाबा नानक जी भोजन दे विच वेखदा है भी भोजन बनिया किवें है। ते जिस वेले सतगुरां ने भाई लालो दी कोधरे दी रोटी विचों दुध सिमदा विखाया अते ओहदियां पूरियां चों खून विखा दिता ना, सारे लोग हैरान हो गए भी पूरियां विच खून किवें आ गया। ते मलक भागो भी कहना ये तुसी कोई जादू कीता है, ये तुसी कोई मंत्र मारिया, मैं देसी घ्यो च बनाया। पातशाह कहने मंत्र नहीं है, ये देसी घ्यो वाला पैसा आया कित्थों सी? गरीबां दा गल घुट के, रिश्वत लैके, पाप करके, ठगियां मार के, धोखे दे नाल जनता नूं लुट के। अज दे मंत्री भी इदां करदे ही है ना। किसी गरीब घर का बच्चा किसी नौकरी लवाउणा होवे ते रिश्वत भालदे आ, कोई 2 मिनट सैन करने होण ते रिश्वतां भालदे आ। मजबूरी बस जनता जिहड़ी है पैसा दे दिंदी है, मजबूरी आपदे काम करने आ, पैसे बिना काम नहीं करते। तो फिर वो पैसा जिहड़ा है किसी का दिल दुखा के लिया, उस पैसे दे विच खून है समझो। उस बंदे दियां आहां है चीकां हन जनता दियां। जिस तरह अज भारत देश चीकां मार रहे है, मौके दियां सरकारां संसार नूं भारत देश नूं दुख दे रहीआं हन। जनता दा राजा हुंदा है, वो जनता के भले वास्ते हुंदा है। जैसा राजा रणजीत सिंह ने राज दिता, लोग गल्लां तां करदे आ पर उहो जिहा दिता नहीं जा सकदा। इस करके सतगुरु पातशाह कहते तेरा जिहड़ा पैसा सी ना, वो जिस नाल तूं देसी घ्यो खरीदिया ते होर समान खरीदिया, वो पैसा 2 नंबर का है, लोकां नूं दुख दे के प्राप्त कीता है। इस करके तेरा लंगर प्रवान नहीं है। ये तेरा लंगर परमेश्वर दर ते प्रवान नहीं है। तो जिस वेले ये काम होया तो फिर मलक भागों नूं दुख लग्या ना। क्योंकि वो शरीर नाल, शरीर के हंकार नाल, शरीर की वडियाई नाल जुड़िया सी। वाह बई वाह, इतकी मलक भागों ने फिर लंगर लाता, लोगों की वाह वाह खट्टण वास्ते वो काम करता सारे। पर उसकी वाह वाह ते पानी पै गया उस वेले जदों पातशाह जी ने ਉਹਦੇ लंगर विचों खून कढ़ के विखा दिता, भाव ਉਹਦਾ पड़दा खोल दिता। तो दूजे पासे जिहड़े गुरमुख हैं वो शरीर की वडियाई तो हंकार तो उच्चे उठ गए। उन्हों के शरीर को कोई दुख भी देवे तां भी उन्होंने दुख फील नहीं हुंदा, वो शरीर तो अलग हो जाते हैं। जिवें कल आपां भाई मनी सिंह की वारता सरवण की, शहीदां नूं आपां याद किया, भाई तारू सिंह, भाई मनी सिंह, भाई दयाला, भाई मती सतीदास, इन्हां सारियां नूं असीं हालीए देख रहे हैं, दुख दे रहे हैं दुष्ट। भाई दयाला जी देग च बल रहे न, मतीदास के बंद अपना मतीदास नूं आरे नाल चीरिया जा रहा है, भाई मनी सिंह के बंद कट्टे जा रहे हैं। पर उस परमेश्वर का शुक्र मनाते हुए सिंह उस दुख नूं फील करके भी दुखी नहीं हुंदे, क्योंकि वो शरीर तो अलग हो चुके आ। क्योंकि उन्हों के अंदरों हौमे हंकार की पीड़ा खत्म हो गई है, हौमे हंकार का दर्द खत्म हो गया। गुरमुख हौमै चुकै पीर, गुरमुख मन निर्मल फिर मैल ना लागै। उन्हों के मन विचों हंकार की मैल लथ गई, नाम का रंग चढ़ गया। तो जिन्हों चढ़ गया फिर उससे हंकार की मैल नहीं लगती, क्योंकि दोनों इकट्ठे नहीं रहिंदे। हौमै नावै नाल विरोध है, दोए ना वसै एक थाएं, वो दोनों इकट्ठे नहीं रहिंदे। लाल रंग तिसको लगा जिसकै वडभागा, मैला कदे न होवे न लागै दागा। तो पातशाह जी कहते उन्होंने लाल रंग चढ़ गया नाम का।
ਉਹਨਾਂ ਦੇ ਮਨ 'ਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਗਿਆ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਨਿਆ ਇਉਂ। ਉਹ ਸਰੀਰ ਨੂੰ ਛੱਡ ਕੇ ਜਿਉਂਦੇ ਹੀ ਮੁਕਤ ਹੋ ਜਾਂਦੇ ਹੈ, ਪਰਮੇਸ਼ਰ ਵਿੱਚ ਮਿਲ ਜਾਂਦੇ ਹਨ। ਗੁਰਮੁਖ ਨਾਮ ਮਿਲੈ ਵਡਿਆਈ। ਐਸੇ ਗੁਰਮੁਖਾਂ ਨੂੰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਗਿਆ, ਉਹਨੂੰ ਨਾਮ ਕਰਕੇ ਵਡਿਆਈ ਮਿਲਦੀ ਹੈ। ਉਹਨਾਂ ਨੂੰ ਨਾਮ ਕਰਕੇ ਵਡਿਆਈ ਮਿਲਦੀ ਆ, ਪਰਮੇਸ਼ਰ ਉਹਨਾਂ ਨੂੰ ਵਡਿਆਈ ਦਿੰਦਾ ਹੈ। ਔਰ ਇਤਿਹਾਸ ਦੇ ਵਿੱਚ ਐਸੇ ਵੀ ਬਹੁਤ ਸਾਰੇ ਸਿੱਖ ਹਨ ਜਿਨ੍ਹਾਂ ਨੂੰ ਸਤਿਗੁਰ ਨੇ ਨੀਚੋਂ ਉੱਚੇ ਕੀਤਾ। ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਨਿਮਾਣਿਆਂ ਨੂੰ ਮਾਣ ਬਖਸ਼ਿਆ ਜਿੱਥੇ ਸਤਿਗੁਰਾਂ ਨੇ, ਉਹ ਵੀ ਵਡਿਆਈ ਮਿਲੀ ਤੇ ਨਾਮ ਦੇ ਕਰਕੇ ਮਿਲੀ, ਨਾਮ ਜਪਣ ਵਾਲਿਆਂ ਨੂੰ ਮਿਲੀ। ਭਾਈ ਪਾਰੋ ਨੂੰ ਸਤਿਗੁਰੂ ਅਮਰਦਾਸ ਜੀ ਨੇ ਵਡਿਆਈ ਦਿੱਤੀ, ਕਿਉਂਕਿ ਭਾਈ ਪਾਰੋ ਨਾਮ ਜਪਦਾ ਹੋਇਆ ਆਪਣੇ ਆਪ ਨੂੰ ਇੰਨਾ ਸਾਫ਼ ਕਰ ਲਿਆ ਹੈ ਕਿ ਉਸਨੇ ਗੁਰੂ ਪਿਆਰਿਓ ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਆਪਣੇ ਆਪ ਨੂੰ ਹੰਸ ਵਰਗਾ ਬਣਾ ਲਿਆ, ਪਰਮ ਹੰਸ, ਅੰਦਰੋਂ ਬਾਹਰੋਂ ਚਿੱਟਾ। ਅਸੀਂ ਬਾਹਰੋਂ ਤਾਂ ਚਿੱਟੇ ਵਸਤਰ ਪਹਿਨ ਸਕਦੇ ਹਾਂ, ਪਰ ਅੰਦਰੋਂ ਚਿੱਟੇ ਹੋਣਾ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੋ ਸਕਦਾ। ਤੇ ਸਤਿਗੁਰਾਂ ਨੇ ਭਾਈ ਪਾਰੋ ਨੂੰ ਪਰਮ ਹੰਸ ਦੀ ਉਪਾਧੀ ਨਾਲ, ਪਦਵੀ ਨਾਲ ਗੁਰੂ ਪਿਆਰਿਓ ਨਿਵਾਜਿਆ। ਇਸੇ ਤਰ੍ਹਾਂ ਬਾਬਾ ਬਿਧੀ ਚੰਦ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਭਾ ਬਿਧੀ ਚੰਦ ਤੇ ਮੇਰੇ 'ਚ ਕੋਈ ਫਰਕ ਨਹੀਂ। ਔਰ ਜਿਸ ਵੇਲੇ ਗੁਰੂ ਕਾ ਕਾਰਜ ਕਰਦੇ ਹੋਏ ਉਹ ਦਿਸ਼ਾਲੇ ਲੈਣ ਗਏ, ਇੱਕ ਭੱਠੀ ਦੇ ਵਿੱਚ ਬੈਠ ਗਏ, ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਰਬਾਰ ਦੀ ਪਰਿਕਰਮਾ ਵਿੱਚ ਬੈਠ ਕੇ ਆਪਣੇ ਉੱਪਰ ਪਾਣੀ ਪਵਾ ਕੇ ਸੰਗਤਾਂ ਕੋਲੋਂ, ਤੇ ਬਿਧੀ ਚੰਦ ਨੂੰ ਸੇਕ ਨਹੀਂ ਲੱਗਣ ਦਿੱਤਾ। ਇਹ ਵੀ ਨਾਮ ਦੀ ਵਡਿਆਈ ਹੈ। ਇਸੇ ਤਰ੍ਹਾਂ ਭਾਈ ਮੰਝ ਦੀ ਗੱਲ ਕਰੀਏ, ਪੰਜਵੇਂ ਪਾਤਸ਼ਾਹ ਜੀ ਵੇਲੇ ਭਾਈ ਮੰਝ ਵੀ ਗੁਰੂ ਦੇ ਪੇਪਰਾਂ ਵਿੱਚ ਪੂਰਾ ਉਤਰਿਆ, ਪਾਸ ਹੋਇਆ, ਤੇ ਉਹਨਾਂ ਨੇ ਵੀ ਕਹਿਤਾ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੱਗਣ ਹਾਰਾ। ਐਸਾ ਬਖਸ਼ਿਸ਼ ਕੀਤੀ ਕਿ ਭਾਈ ਮੰਝ ਤੇ ਇੰਨੀ ਕਿਰਪਾ ਕਰਕੇ ਆਪਣਾ ਰੂਪ ਦੇ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਬਖਸ਼ਿਸ਼ ਕੀਤੀ। ਜਿਸ ਵੇਲੇ ਉਹਨਾਂ ਦੀਆਂ ਬਚਪਨ ਵਿੱਚ ਵਿਚਾਰਾਂ ਸੁਣੀਆਂ, ਜਦ ਬਾਬਾ ਬੁੱਢਾ ਜੀ ਬਚਪਨ ਵਿੱਚ ਗਾਵਾਂ ਮੱਝਾਂ ਚਾਰਨ ਜਾਂਦੇ ਸਨ ਤੇ ਖੇਤਾਂ ਦੇ ਵਿੱਚ ਪਾਤਸ਼ਾਹ ਬੈਠੇ ਸਨ, ਤੇ ਇਹਨਾਂ ਨੇ ਛੱਡ ਕੇ ਮੱਝਾਂ ਉਹਨਾਂ ਦੇ ਕੋਲ ਬਹਿ ਜਾਣਾ, ਵਿਚਾਰਾਂ ਸੁਣਨੀਆਂ, ਗੱਲਾਂ ਬਾਤਾਂ ਸੁਣਨੀਆਂ। ਤੇ ਪਾਤਸ਼ਾਹ ਜੀ ਨੇ ਵੇਖਿਆ ਇਹ ਬੱਚਾ ਬੜੇ ਪਿਆਰ ਨਾਲ ਸੁਣਦਾ ਹੈ, ਤੇ ਇੱਕ ਦਿਨ ਕੋਲ ਬੁਲਾਇਆ, ਪੁੱਤਰ ਕੀ ਨਾਂ ਹੈ ਤੇਰਾ? ਜੀ ਨਾਮ ਤਾਂ ਮੇਰਾ ਬੂੜਾ ਹੈ। ਬੂੜਾ? ਅੱਛਾ, ਤੈਨੂੰ ਸਤਸੰਗ ਬੜੀ ਚੰਗੀ ਲੱਗਦੀ ਹੈ? ਹਾਂ ਮਹਾਰਾਜ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ, ਮੈਂ ਸੁਣਦਾ ਹਾਂ ਬੈਠ ਕੇ। ਕਿਵੇਂ ਲੱਗਣ ਲੱਗੀਆਂ? ਚੰਗੀਆਂ। ਕਹਿਣ ਲੱਗੇ ਜੀ ਇੱਕ ਦਿਨ ਮਾਂ ਨੇ ਕਿਹਾ ਸੀ, ਪੁੱਤਰ ਅੱਗ ਬਚਾ, ਆਪਾਂ ਰੋਟੀ ਪਕਾਉਣੀ ਆ, ਵਿਹਲੀ ਹੋ ਕੇ ਮੈਂ ਵੀ ਆਉਣੀ ਆ। ਮੈਂ ਚੁੱਲ੍ਹੇ ਵਿੱਚ ਅੱਗ ਬਚਾਉਣ ਲੱਗਿਆ, ਤੇ ਮੈਥੋਂ ਮਾਰੇ ਅੱਗ ਨਾ ਬਚੀ, ਮੈਂ ਮੋਟੀਆਂ ਮੋਟੀਆਂ ਲੱਕੜਾਂ ਲਾਈ ਜਾਵਾਂ ਤੇ ਉਹਨਾਂ ਨੂੰ ਅੱਗ ਲੱਗੇ ਨਾ। ਇਤਨੇ ਮੇਰੀ ਮਾਤਾ ਆਈ ਤੇ ਕਹਿੰਦੀ ਬੂੜਿਆ ਇਹ ਕੀ ਕੀਤਾ? ਪਹਿਲਾਂ ਅੱਗ ਜਿਹੜੀ ਹੈ ਬਰੀਕ ਲੱਕੜਾਂ ਨੂੰ, ਘਾਹ ਫੂਸ ਨੂੰ ਲੱਗਦੀ ਹੈ, ਫਿਰ ਮੋਟੀਆਂ ਨੂੰ ਲੱਗਦੀ ਆ। ਮਹਾਰਾਜ ਮਾਤਾ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਇਹ ਖਤਰਾ ਪੈਦਾ ਹੋ ਗਿਆ ਵੀ ਫਿਰ ਤਾਂ ਮੌਤ ਵੀ ਛੋਟਿਆਂ ਨੂੰ ਆ ਸਕਦੀ ਆ। ਪਹਿਲਾਂ ਬਸ ਉਦਣ ਦਾ ਮੌਤ ਦਾ ਡਰ ਐਸਾ ਪੈਦਾ ਹੋਇਆ ਕਿ ਹੁਣ ਰੱਬ ਦਾ ਨਾਮ ਹੀ ਚੰਗਾ ਲੱਗਦਾ, ਪਤਾ ਨਹੀਂ ਕਦੋਂ ਆ ਜਾਵੇ। ਤੇ ਇਹ ਗੱਲ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਬੂੜਿਆ ਤੂੰ ਬੂੜਾ ਨਹੀਂ, ਤੂੰ ਤਾਂ ਬੁੱਢਾ ਹੈ। ਬੁੱਢਾ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਭਾਵ ਸਿਆਣਿਆਂ ਵਾਲੀਆਂ। ਅੱਜ ਤੋਂ ਬਾਅਦ ਤੇਰਾ ਨਾਮ ਬੁੱਢਾ ਹੋਇਆ।
ਤੇ ਗੁਰੂ ਨਾਨਕ ਦੇਵ ਜੀ ਨੇ ਵਡਿਆਈ ਦਿੱਤੀ ਭਾਈ ਬੂੜੇ ਨੂੰ, ਬਾਬਾ ਬੁੱਢਾ ਬਣਾ ਕੇ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਦਾ ਗੁਰੂ ਘਰ ਦੀ ਸੇਵਾ ਕੀਤੀ। ਇਹ ਵੀ ਨਾਮ ਦੀਆਂ ਵਡਿਆਈਆਂ। ਤੋ ਇਤਨੀਆਂ ਕਿਤਨੀਆਂ ਹੀ ਉਦਾਹਰਨਾਂ ਹਨ ਐਸੀਆਂ ਜਿਨ੍ਹਾਂ ਨੇ ਨਾਮ ਜਪਿਆ, ਪੰਜਾਂ ਪਿਆਰਿਆਂ ਨੂੰ ਵਡਿਆਈ ਦਿੱਤੀ ਦਸਵੇਂ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਆਪ ਨੂੰ ਗੁਰੂ ਦੇ ਹੁਕਮ ਅੰਦਰ ਢਾਲ ਲਿਆ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਵਡਿਆਈ ਦਿੱਤੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖੈਰ, ਇਹ ਨਾਮ ਦੀਆਂ ਵਡਿਆਈਆਂ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੇ ਸ਼ੋਭਾ ਪਾਈ। ਇਹੋ ਗੁਰਮੁਖ ਜਿਹੜਾ ਹੈ ਹਰੀ ਦੇ ਪਰਮੇਸ਼ਰ ਦੇ ਗੁਣ ਗਾਉਂਦਾ ਹੋਇਆ ਪਰਮੇਸ਼ਰ ਦੇ ਦਰ 'ਤੇ ਸ਼ੋਭਾ ਪਾਉਂਦਾ ਹੈ, ਸੁਭਾਏਮਾਨ ਹੁੰਦਾ ਹੈ, ਸੋਹਣਾ ਲੱਗਦਾ ਹੈ, ਚੰਗਾ ਲੱਗਦਾ ਹੈ। ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਐਸੇ ਗੁਰਮੁਖ ਜਿਹੜੇ ਨਾਮ ਦੇ ਵਿੱਚ ਲੱਗ ਗਏ ਹਨ, ਨਾਮ ਵਿੱਚ ਇੱਕ ਮਿੱਕ ਹੋ ਗਏ ਹਨ, ਉਹ ਹਮੇਸ਼ਾ ਹਰੀ ਦੇ ਨਾਮ ਨੂੰ ਗਾਉਂਦੇ ਰਹਿੰਦੇ ਆ, ਉਹਦੇ ਆਨੰਦ ਵਿੱਚ ਡੁੱਬੇ ਰਹਿੰਦੇ ਨੇ। ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅਣ ਦਿਨ ਸ਼ਬਦੇ ਰਾਤਾ। ਐਸੇ ਗੁਰਮੁਖ ਅਣ ਦਿਨ ਬਿਨਾ ਦਿਨ ਗਿਣਿਆ, ਭਾਵ ਲਗਾਤਾਰ ਦਿਨ ਰਾਤ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਗੁਰਮੁਖ ਅਣ ਦਿਨ ਸ਼ਬਦੈ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਤੇ ਐਸੇ ਗੁਰਮੁਖਾਂ ਨੂੰ ਫਿਰ ਅਮਰ ਹੋ ਜਾਂਦੇ ਹਨ ਤੇ ਚਾਰੇ ਯੁੱਗਾਂ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਜਿਵੇਂ ਅਸੀਂ ਪਿਛਲੇ ਯੁੱਗਾਂ ਦੇ ਭਗਤਾਂ ਨੂੰ ਵੀ ਜਾਣਦੇ ਹਾਂ, ਇਹ ਵੀ ਨਾਮ ਦੀ ਵਡਿਆਈ ਹੈ। ਤੇ ਨਾਮ ਦੀ ਮਹਿਮਾ ਕਰਕੇ ਹੀ ਗੁਰੂ ਪਿਆਰਿਓ ਗੁਰਮੁਖ ਪਰਮੇਸ਼ਰ ਵਿੱਚ ਮਿਲਦੇ ਹਨ। ਜਿਸ ਤਰ੍ਹਾਂ ਅਸੀਂ ਪਿਛਲੇ ਯੁੱਗਾਂ ਦੇ ਭਗਤਾਂ ਨੂੰ ਜਾਣਦੇ ਹਾਂ, ਭਗਤ ਕਬੀਰ ਸਾਹਿਬ, ਰਵਿਦਾਸ ਜੀ, ਨਾਮਦੇਵ ਜੀ, 15 ਭਗਤ ਜੋ ਬਾਣੀ ਵਿੱਚ ਬੈਠੇ ਹਨ, ਜਾਂ ਜਿਹੜੇ ਉਸ ਤੋਂ ਪਹਿਲਾਂ ਭਗਤ ਹੋਏ ਮੀਰਾ ਬਾਈ ਵਰਗੇ, ਉਸ ਤੋਂ ਪੁਰਾਣੇ ਵੀ ਹੋਏ ਜਿਨ੍ਹਾਂ ਨੂੰ ਇਤਿਹਾਸ ਵਿੱਚ ਦਰਜਾ ਕੀਤਾ ਗਿਆ, ਉਹਨਾਂ ਨੂੰ ਜਾਣਨ ਦਾ ਕਾਰਨ ਵੀ ਪ੍ਰੇਮਾ ਭਗਤੀ ਹੈ। ਉਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਕਿਸੇ ਵੀ ਯੁੱਗ ਵਿੱਚ ਕੀਤੀ ਆ, ਪਰ ਦੁਨੀਆ ਅੱਜ ਜਾਣਦੀ ਆ ਤੇ ਅੱਗੇ ਵੀ ਜਾਣਦੀ ਰਹੇਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਜੁਗ ਚਾਰੇ ਹੈ ਜਾਤਾ। ਐਸੇ ਗੁਰਮੁਖਾਂ ਨੂੰ ਚਾਰੇ ਯੁੱਗਾਂ ਵਿੱਚ ਜਾਣਿਆ ਜਾਂਦਾ ਹੈ। ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ। ਐਸੇ ਗੁਰਮੁਖ ਜਿਹੜੇ ਹਨ ਦਿਨ ਰਾਤ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਗੁਣ ਗਾਉਂਦੇ ਹਨ ਅਤੇ ਉਹਦੇ ਵਿੱਚ ਸਮਾਏ ਰਹਿੰਦੇ ਹਨ, ਉਹਦੇ ਵਿੱਚ ਮਿਲੇ ਰਹਿੰਦੇ ਹਨ। ਭਗਤੀ ਕਰਦੇ ਕਰਦੇ ਉਹਦੇ ਵਿੱਚ ਡੁੱਬ ਜਾਂਦੇ ਹਨ। ਉਹਨਾਂ ਨੂੰ ਫਿਰ ਸੰਸਾਰ ਦੇ ਦੁੱਖ ਸੁੱਖ ਵੀ ਵਿਆਪਦੇ ਨਹੀਂ। ਉਹਨਾਂ ਨੂੰ ਸੰਸਾਰ ਦੇ ਦੁੱਖ ਸੁੱਖ ਵੀ ਵਿਆਪਦੇ ਨਹੀਂ। ਜਿਵੇਂ ਭਗਤ ਨਾਮਦੇਵ ਜੀ ਦੀ ਗੱਲ ਕਰੀਏ, ਉਹ ਪਰਮੇਸ਼ਰ ਦੇ ਰੰਗ ਵਿੱਚ ਇੰਨੇ ਰੰਗੇ ਗਏ, ਇੰਨੇ ਰੰਗੇ ਗਏ ਕਿ ਉਹਨਾਂ ਨੂੰ ਅੱਗ ਵਿੱਚ ਵੀ ਉਹ ਦਿਖਾਈ ਦਿੰਦਾ, ਉਹਨਾਂ ਨੂੰ ਕੁੱਤਿਆਂ ਵਿੱਚ ਵੀ ਉਹ ਦਿਖਾਈ ਦਿੰਦਾ, ਹਰ ਥਾਂ 'ਤੇ ਉਹਨਾਂ ਨੂੰ ਉਹ ਦਿਖਾਈ ਦੇਣ ਲੱਗਿਆ। ਇੱਕ ਦਿਨ ਕੀ ਹੋਇਆ, ਕਹਿੰਦੇ ਧਰਮਸ਼ਾਲਾ ਵਿੱਚ ਬੈਠੇ ਨੇ, ਨਾਮ ਜਪ ਰਹੇ ਹੈ, ਮੰਦਰ ਦੇ ਵਿੱਚ ਬੈਠੇ। ਇੱਧਰ ਕਹਿੰਦੇ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ। ਜੋ ਸਿੰਪਲ ਜਿਹਾ ਘਰ ਸੀ, ਝੌਂਪੜੀ ਨਵਾਂ, ਅੱਗ ਲੱਗ ਗਈ। ਪਰਿਵਾਰ ਭੱਜ ਕੇ ਬਾਹਰ ਨਿਕਲ ਗਿਆ। ਆਂਢੀਆਂ ਗੁਆਂਢੀਆਂ ਨੇ ਅੱਗ ਬੁਝਾਈ, ਘਰ ਵਾਹਵਾ ਬਚ ਗਿਆ। ਔਰ ਜਿੰਨਾ ਕੁ ਸਮਾਨ ਬਚਾ ਸਕਦੇ ਸੀ ਸਮਾਨ ਬਾਹਰ ਕੱਢਿਆ ਅੱਗ 'ਚੋਂ। ਅਤੇ ਇੱਕ ਬੰਦਾ ਭੇਜਿਆ ਵੀ ਜਾਓ ਭਗਤ ਜੀ ਨੂੰ ਬੁਲਾ ਕੇ ਲਿਆਓ, ਮੰਦਰ 'ਚ ਬੈਠੇ ਹੋਣਗੇ। ਕਹਿੰਦੇ ਉਹ ਬੰਦਾ ਭੱਜਿਆ ਭੱਜਿਆ ਮੰਦਰ ਵਿੱਚ ਪਹੁੰਚਿਆ। ਭਗਤ ਜੀ ਘਰੇ ਚੱਲੋ। ਭਗਤ ਜੀ ਕਹਿੰਦੇ ਕੀ ਹੋ ਗਿਆ? ਤੁਹਾਡੇ ਘਰ ਨੂੰ ਅੱਗ ਲੱਗ ਗਈ। ਸੱਦਣ ਵਾਲਾ ਬੰਦਾ ਬੜਾ ਕਾਹਲਾ ਹੈ, ਛੇਤੀ ਚੱਲੋ ਛੇਤੀ ਚੱਲੋ। ਮਹਾਰਾਜ ਭਗਤ ਨਾਮਦੇਵ ਜੀ ਆਪਣੀ ਭਜਨ ਬੰਦਗੀ
पूरी करके उठ खड़े होए तो नाल तुर पे। हुण जिहड़ा बंदा सदन गया वो कहता छेती चलो, तो भगत जी अपनी मस्ती विच हौली हौली तुरदे आ, नाम दे रंग विच रंगे होए आ। वो बंदा बार बार कहता है छेती चलो। भगत जी कहते मचदा मचण दे यार, मैं तो ये सहज अवस्था मसा लभी है, मैं तो हौली जाऊँगा। कहो सतनाम, मचदा मचे जो मचदा। गुरमुख अन दिन शब्दे राता, गुरमुख जिहड़ा बिना दिन गिणिया लगातार 24 घंटे चत्तो पैर हर मिनट सकेंड परमेश्वर नाल जुड़िया रहिंदा। ऐसे गुरमुखां नूं चारे जुगां विच जाणिया जांदा। गुरमुख गुण गावे सदा निर्मल, शब्दे भगत करावणिया। ऐसे गुरमुख हमेशा गुरु दे गुण गाउंदे रहिंदे आ। ते भगत जी अपनी अवस्था के मुताबिक हौली हौली घर आउंदे आ। भाई नंद लाल जी भी कहते हैं, सहज अवस्था जिन्ना लंधी रब तिन्ना दी मुक्कल है, जंगल मेले दे विच जाना वाधू काम छुड़ादा है। कहते जिन्हां ने वो सहज अवस्था लभ लई वो तो रब नूं हमेशा अपने कोल जाणदे आ, रब नाल जुड़े रहिंदे आ, आनंद माणदे आ। वो जंगलां विच जाना नहीं चाहुंदे। गुरमुख गुण गावै सदा निर्मल, शब्दे भगत करावणिया। वो शब्द नाल जुड़ करके प्रेमा भगती करते हैं। बाज गुरु है आंधी अंधारा, ताते सिखो। तीसरे पातशाह सतगुरु अमरदास जी महाराज कहते हैं, गुरु तो बगैर बंदा अज्ञानता के हनेरे विच भटक रहा है। एक तो रात का हनेरा हुंदा है, वो तो आप दूर कर लिया, लाइटां पैदा कर लिया, बिजलियां पैदा कर लिया, अग पैदा कर ली। रात का हनेरा, रात वाली मस्या का हनेरा तो चक्या गया, पर अज्ञानता का हनेरा गुरु बिना नहीं चक्या जाता। जे सौ चंदा उगवै सूरज चढ़े हजार, इते चानण होंदिया गुरबिन घोर अंधार। नानक गुरु न चेतनी मणि अपने सुचेत, छुट्टा तिल बुआड़ जो सुझाई अंदर खेत। जे हज़ारां सूरज सैकड़े चंद्रमा भी चढ़ जाण तां भी जिहड़ा है अज्ञानता दूर नहीं हुंदी गुरु बिना। तां ते गुरु वाले बनना बड़ा जरूरी है। अज दे पवित्र शब्द का ये मेन भाव है। गुरु गुरु गुर करमन मोर, गुरु बिना मैं नाही होर। गुर की टेक रहो दिन रात, जाकी कोई न मेटा दात। बाज गुरु है अंध अंधारा, गुरु तो बगैर अज्ञानता का हनेरा है। तो जिस तरह कोई बच्चा अनपढ़ होवे ते जिन्ना मर्जी लाइट प्रकाश कर दिओ वो किताब नहीं पढ़ सकता, पर जे पढ़िया लिखिया होवे तो वह दीवे विच भी पढ़ सकता, क्योंकि उन्हें उस्ताद कोलों गुरु कोलों सिक्ख्या। इसे तरह ही अज्ञानता नूं दूर करेगा गुरु। तो गुरु तो बगैर साडी अज्ञानता दूर नहीं होती। तो जिसने अंदर अज्ञानता है, भाव जिहड़ा गुरु वाला नहीं बनता, जब काल गरठे करे पुकारा, उन्होंने जमदूत फड़ लैंदे न। जब काल भाव उन्होंने दुख व्यापते हैं तो दुख उन्होंने दुखी करते हैं। गुरु ही इन्हां दुखों चों निकलना ढंग दसदा है। गुरु वाले बनना तां जरूरी आ। जब काल गरठे, जमा दे हथ विच आ जाते हैं, गरसे भाव फड़ लेंदे हैं, उन्होंने दुख व्यापते हैं। करे पुकारा, फिर पुकारा करते हैं। अन दिन रोगी बिष्टा के कीड़े, बिष्टा मह दुख पावणिया। ऐसे लोग जिहड़े गुरु नूं छड्ड के अपने हौमे हंकार विच विचरदे हन, उन्हां दी सारी उम्र फिर दुखों दे विच ही बतीत हुंदी आ। अज दा जिहड़ा बचन है, फरमान है, हुक्मनामा है, जिन हर हिरदै नाम न बसियो, तिन मात कीजै हर मंझ। पातशाह कहते जिन्हां दे हिरदे विच हरि दा नाम नहीं बसिया, इदों तो उन्हां दी मां उन्हां नूं जन्म ना दे दिंदी।
जिन हर हृदय नाम न बस्यो तिन मात कीजै हर मांझा तिन सोजी देह फिरै बिन नावै ओए खप खा मोए करांझा। ਉਹ ਸੰਸਾਰ ਵਿੱਚ ਇਉਂ ਵਿਚਰਦੇ ਹਨ ਜਿਵੇਂ ਸਰੀਰ ਵਿੱਚ ਆਤਮਾ ਨਾ ਹੋਵੇ, ਲੋਥ ਹੋਵੇ। ਇੱਦਾਂ ਦਾ ਹੀ ਸਮਾਂ ਬਤੀਤ ਕਰਕੇ ਚਲੇ ਜਾਂਦੇ ਨੇ। ਧੰਦਿਆਂ ਵਿੱਚ ਖਪ ਖਪ ਕੇ ਆਪਣਾ ਜੀਵਨ ਖਤਮ ਕਰ ਲੈਂਦੇ ਆ, ਪਰ ਗੁਰੂ ਵਾਲੇ ਨਹੀਂ ਬਣਦੇ। ਓਏ ਖਪ ਖਾ ਮੋਏ ਕਰਾਂਝਾ ਤਾਂ ਤੇ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਉਹ ਬਣਾ। ਗੁਰੂ ਦੀ ਕਿਰਪਾ ਲੈ ਕੇ ਹਰੀ ਦੇ ਮਿੱਠੇ ਨਾਮ ਨੂੰ ਜਪਣਾ ਕਰ ਜੋ ਤੇਰੇ ਹਿਰਦੇ ਵਿੱਚ ਹੈ। ਜਿਸ ਤਰ੍ਹਾਂ ਗੁਰੂ ਪਿਆਰਿਓ, ਇੱਕ ਅਮੀਰ ਘਰ ਦਾ ਪੁੱਤਰ, ਪੈਸਾ ਵਾਧੂ ਹੈ ਘਰ ਵਿੱਚ, ਸ਼ਰਾਬਾਂ ਪੀਤੀਆਂ, ਨਸ਼ੇ ਖਾਣੇ, ਵਿਸ਼ੇ ਵਿਕਾਰ ਭੋਗਣੇ, ਅਤੇ ਸਰੀਰ ਨੂੰ ਕੋਹੜ ਹੋ ਗਿਆ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਤੀਜੇ ਪਾਤਸ਼ਾਹ ਜੀ ਦਾ ਸਮਾਂ ਸੀ, ਅਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿਸੇ ਨੂੰ ਕੋਹੜ ਹੋ ਜਾਂਦਾ ਅਤੇ ਬਾਕੀ ਪਰਿਵਾਰ ਉਹਨੂੰ ਹੱਥ ਨਹੀਂ ਸੀ ਲਾਉਂਦਾ, ਡਰਦਾ ਸੀ ਕਿ ਇਹਦੇ ਕੋਹੜ ਦੇ ਪਾਣੀ ਨਾਲ ਸਾਨੂੰ ਵੀ ਨਾ ਕੋਹੜ ਹੋ ਜੇ। ਅਤੇ ਪਰਿਵਾਰ ਨੇ ਉਸ ਨੂੰ ਗੁਰੂ ਪਿਆਰਿਓ ਖੇਤਾਂ ਵਿੱਚ ਝੌਂਪੜੀ ਪਾ ਕੇ, ਛੰਨ ਪਾ ਕੇ ਉੱਥੇ ਬਿਠਾ ਦਿੱਤਾ। ਉੱਥੇ ਹੀ ਉਹਦੇ ਮਿੱਟੀ ਦੇ ਭਾਂਡਿਆਂ ਵਿੱਚ ਜਿਹੜਾ ਹੈ ਪਾਣੀ, ਰੋਟੀ ਪਾਣੀ, ਜਲ ਪਾਣੀ ਪਾ ਆਉਂਦੇ ਆ। ਉੱਥੇ ਹੀ ਬੈਠਾ ਰਹਿੰਦਾ, ਦੁਖੀ ਹੋਈ ਜਾਂਦਾ, ਬਿਲਕਦਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾ ਦੌਰਾਨ ਉਸ ਇਲਾਕੇ ਦੇ ਵਿੱਚ ਗਏ। ਪਿੰਡੋਂ ਬਾਹਰ ਫਿਰਦੀ ਤੇ ਗਏ ਅਤੇ ਕਹਿਣ ਲੱਗੇ, ਮਰਦਾਨਿਓ, ਸਭ ਨੇ ਖੇਤਾਂ ਵਿੱਚ ਝੌਂਪੜੀ ਆ ਕੋਈ, ਦੇਖ ਉਹਦੇ ਵਿੱਚ ਹੈ ਕੋਈ ਬੰਦਾ, ਆਪਾਂ ਇਹਦੇ ਕੋਲ ਰਾਤ ਕੱਟ ਲਵਾਂਗੇ। ਜਦ ਮਰਦਾਨਾ ਕਹਿੰਦੇ ਝੌਂਪੜੀ ਕੋਲ ਗਿਆ ਨਾ, ਅਤੇ ਉਹਦੇ ਵਿੱਚ ਇੱਕ ਬੰਦਾ ਹੈ ਤਾਂ ਸਹੀ, ਪਰ ਕੋਹੜੀ ਹੈ, ਜ਼ਖਮਾਂ ਦੇ ਦੁੱਖ ਨਾਲ ਬਿਲਕ ਰਿਹਾ, ਦੁਖੀ ਹੋ ਰਿਹਾ, ਰੋ ਰਿਹਾ। ਮਰਦਾਨਾ ਜੀ ਕਹਿੰਦੇ, ਭਾਈ ਸਾਹਿਬ ਅਸੀਂ ਤੇਰੇ ਕੋਲ ਰਾਤ ਕੱਟ ਲਈਏ? ਉਹ ਕਹਿੰਦਾ, ਮੇਰੇ ਕੋਲ ਤਾਂ ਪੰਛੀ ਵੀ ਨਹੀਂ ਖੜ੍ਹਦੇ, ਪਸ਼ੂ ਵੀ ਨਹੀਂ ਖੜ੍ਹਦੇ, ਮੈਨੂੰ ਇੰਨਾ ਦਰਦ ਹੁੰਦਾ, ਮੈਂ ਬਿਲਕਦਾ ਰਹਿੰਦਾ, ਮੇਰੇ ਕੋਲ ਤੁਹਾਡੀ ਕਿਹੜੀ ਰਾਤ ਕੱਟੀ ਜਾਵੇਗੀ। ਮਰਦਾਨਾ ਆ ਕੇ ਕਹਿੰਦਾ, ਮਹਾਰਾਜ ਉੱਥੇ ਤਾਂ ਬਹੁਤ ਬੰਦਾ ਕੋਹੜੀ ਬੈਠਾ ਕੋਈ, ਕਹਿੰਦਾ ਮੇਰੇ ਕੋਲ ਕਿਹੜੀ ਰਾਤ ਕੱਟੋਗੇ, ਇੱਥੇ ਮੈਂ ਰੋਈ ਜਾਂਦਾ ਦਿਨ ਰਾਤ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਚੱਲ ਮਰਦਾਨਿਆ, ਕੋਈ ਗੱਲ ਨਹੀਂ, ਆਪਾਂ ਵੀ ਤਾਂ ਭਜਨ ਹੀ ਕਰਨਾ, ਆਪਾਂ ਕਿਹੜਾ ਸੌਣਾ, ਚੱਲਦੇ ਆ ਉਹਦੇ ਕੋਲ। ਅਤੇ ਉਸ ਕੋਹੜੀ ਦੀ ਝੌਂਪੜੀ ਦੇ ਕੋਲ ਆ ਗਏ ਪਾਤਸ਼ਾਹ, ਬੈਠ ਗਏ ਝੌਂਪੜੀ ਦੇ ਕੋਲ, ਕੋਹੜੀ ਦੇ ਸਾਹਮਣੇ ਹੋ ਕੇ, ਅਤੇ ਮਰਦਾਨੇ ਨੂੰ ਕਹਿੰਦੇ, ਮਰਦਾਨੇ ਰਬਾਬ ਵਜਾ। ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ, ਸ਼ਬਦ ਗਾਉਣ ਲੱਗੇ, ਅਤੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗਾਇਆ ਕਿਹੜਾ? ਆਹੀ ਜਿਹੜਾ ਅੱਜ ਦਾ ਹੁਕਮਨਾਮਾ। ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰ ਮਾਂਝਾ ਤਿਨ ਸੁੰਜੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ। ਇਹ ਪੂਰਾ ਸ਼ਬਦ ਜਦੋਂ ਗਾਇਆ ਨਾ ਬਾਬਾ ਜੀ ਦੇ ਰਬਾਬ ਦੇ ਨਾਲ, ਕਹਿੰਦੇ ਉਹ ਕੋਹੜੀ ਨੂੰ ਜਿਹੜਾ ਦੁੱਖ ਸੀ ਉਹ ਲੱਗਣਾ ਬੰਦ ਹੋ ਗਿਆ। ਉਹਦਾ ਮਨ ਜਿਹੜਾ ਸੀਗਾ ਗੁਰੂ ਦੇ ਸ਼ਬਦ ਕੱਲੀ ਆ ਗਿਆ, ਅਤੇ ਜਿਹੜਾ ਸਰੀਰ ਨੂੰ ਦੁੱਖ ਵਿਆਪ ਰਿਹਾ ਸੀ, ਦਰਦ ਹੋ ਰਿਹਾ ਸੀ, ਉਹ ਘਟ ਗਿਆ। ਜਦੋਂ ਘਟ ਗਿਆ ਅਤੇ ਪਾਤਸ਼ਾਹ ਜੀ ਨੇ ਸ਼ਬਦ ਪੂਰਾ ਕਰਕੇ ਬੰਦ ਕਰ ਦਿੱਤਾ। ਉਹ ਕੋਹੜੀ ਕਹਿੰਦਾ, ਕਿਉਂ ਮਹਾਰਾਜ ਬੰਦ ਕਿਉਂ ਕਰਤਾ, ਫਿਰ ਗਾਓ ਇਹਨੂੰ। ਪਾਤਸ਼ਾਹ ਕਹਿੰਦੇ, ਕਿਉਂ, ਇਹਦੇ ਗਾਉਣ ਨਾਲ ਕੀ ਹੋਇਆ? ਕਹਿੰਦਾ, ਜਦੋਂ ਤੁਸੀਂ ਸ਼ਬਦ ਗਾਇਆ ਅਤੇ ਮੇਰਾ ਦਰਦ ਖਤਮ ਹੋ ਗਿਆ ਸੀ। ਜਦੋਂ ਤੁਸੀਂ ਇਹ ਸ਼ਬਦ ਗਾਇਆ ਮੇਰੀ ਪੀੜਾ ਖਤਮ ਹੋ ਗਈ ਸੀ। ਮਹਾਰਾਜ ਕਹਿੰਦੇ, ਦਰਦਾਂ ਨੂੰ ਖਤਮ ਕਰਨ ਵਾਲੀ ਬਾਣੀ ਆ, ਪਰ ਜੇ ਕਿਤੇ ਤੂੰ ਉਸ ਵੇਲੇ ਗਾਉਂਦਾ ਜਦੋਂ ਵਿਸ਼ੇ ਵਿਕਾਰਾਂ ਨੂੰ ਭੋਗਦਾ ਸੀ, ਨਸ਼ੇ ਖਾਂਦਾ ਸੀ, ਜੇ ਤੂੰ ਉਹ ਚੀਜ਼ਾਂ ਛੱਡ ਕੇ ਉਦੋਂ ਬਾਣੀ ਗਾਉਂਦਾ, ਫਿਰ ਤੇਰਾ ਐਸਾ ਦੁੱਖ ਦਰਦ ਕਿਉਂ ਵਿਆਪਦਾ? ਤਾਂ ਉਹ ਕੋਹੜੀ ਕਹਿੰਦਾ, ਮਹਾਰਾਜ ਕਿਰਪਾ ਕਰੋ। ਤਾਂ ਐਸਾ ਬਾਣੀ ਦੀ ਵਰਸ਼ਾ ਕੀਤੀ ਪਾਤਸ਼ਾਹ ਜੀ ਨੇ, ਕਿਰਪਾ ਦ੍ਰਿਸ਼ਟੀ ਕੀਤੀ, ਉਹ ਕੋਹੜੀ ਠੀਕ ਕਰ ਦਿੱਤਾ।
ਨਗਰ ਵਿੱਚ ਪਤਾ ਲੱਗਿਆ ਵੀ ਇੱਕ ਸਾਧੂ ਆਇਆ ਸੀ, ਫਲਾਣਿਆਂ ਦਾ ਮੁੰਡਾ ਕੋਹੜੀ ਜਿਹੜਾ ਖੇਤਾਂ 'ਚ ਬੈਠਾ ਉਹ ਠੀਕ ਹੋ ਗਿਆ। ਕਹਿੰਦੇ ਪਰਿਵਾਰ ਵੀ ਭੱਜਿਆ ਆਇਆ, ਚੱਲ ਪੁੱਤ ਘਰੇ ਚੱਲੀਏ। ਕਹਿੰਦਾ ਉਹੀ ਪੁੱਤ ਆ ਜਿਹਨੂੰ ਕੋਹੜ ਵੇਲੇ ਘਰੋਂ ਕੱਢਤਾ ਸੀਗਾ। ਇਹ ਦੁਨੀਆ ਸਵਾਰਥੀ ਹੈ, ਮਨੁੱਖ ਨੂੰ ਨਾਮ ਵੀ ਜਪਣਾ ਚਾਹੀਦਾ। ਜਿਹੜਾ ਨਹੀਂ ਨਾਮ ਜਪਦਾ ਫਿਰ ਉਹਨਾਂ ਨੂੰ ਦੁੱਖ ਘੇਰ ਲੈਂਦੇ ਹਨ। ਜਮਕਾਲ ਗਰੱਠੇ ਕਰੇ ਪੁਕਾਰਾ, ਫਿਰ ਰੋਂਦੇ ਆ, ਚੀਕਾਂ ਮਾਰਦੇ ਆ। ਬਿਸ਼ਟਾ ਕੇ ਕੀੜੇ ਆਂਡਨ ਰੋਗੀ, ਬਿਸ਼ਟਾ ਕੇ ਕੀੜੇ, ਬਿਸ਼ਟਾ ਮਾਹੇ ਦੁੱਖ ਪਾਵਣਿਆ। ਉਹ ਫਿਰ ਗੰਦਗੀ ਦੇ ਕੀੜੇ ਬਣ ਜਾਂਦੇ ਆ, ਜਿਵੇਂ ਉਸ ਦੀ ਹਾਲਤ ਕੈਸੀ ਹੋ ਗਈ। ਘਰ ਦੇ ਕੋਈ ਉਹਨੂੰ ਚੰਗੇ ਬਸਤਰ ਨਹੀਂ ਦਿੰਦੇ, ਭਾਂਡੇ ਸਾਫ਼ ਨਹੀਂ ਕਰਦੇ, ਉਸੇ ਤਰ੍ਹਾਂ ਹੀ ਪੁਰਾਣੇ ਬਰਤਨਾਂ ਵਿੱਚ ਪਾ ਜਾਂਦੇ ਆ, ਰੋਟੀ ਪਾਣੀ ਖਾ ਲੈਂਦਾ। ਤਾਂ ਪਰ ਇਹਦਾ ਕਾਰਨ ਕੀ ਸੀਗਾ? ਰੱਬ ਨੂੰ ਭੁਲਾਉਣਾ। ਜਿਨ ਹਰ ਹਿਰਦੈ ਨਾਮ ਨ ਵਸੇ। ਆਂਡਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮਹਿ ਦੁੱਖ ਪਾਵਣਿਆ। ਉਹ ਫਿਰ ਗੰਦਗੀ ਦੇ ਕੀੜੇ ਬਣ ਜਾਂਦੇ ਆ। ਅਗਲਾ ਅਰਥ ਹੈ ਇਹਨਾਂ ਦਾ ਕਿ ਜਦੋਂ ਸਰੀਰ ਤਿਆਗ ਜਾਂਦੇ ਆ ਫਿਰ ਉਹ ਟੇਢੀਆਂ ਜੂਨਾਂ ਵਿੱਚ ਪੈ ਜਾਂਦੇ ਆ। ਜਿਸ ਤਰ੍ਹਾਂ ਆਪਾਂ ਵੀ ਉਹਨਾਂ ਟੇਢੀਆਂ ਜੂਨਾਂ 'ਚੋਂ ਲੰਘ ਕੇ ਆਏ ਹੋਵਾਂਗੇ। ਬਾਣੀ ਕਹਿੰਦੀ ਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਬੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਦੇਹ ਸੰਜਰੀਆ। ਉਹਨਾਂ ਗੁਰੂ ਪਿਆਰਿਓ ਟੇਢੀਆਂ ਜੂਨਾਂ ਦੇ ਵਿੱਚ ਜੀਵ ਜਾ ਕੇ ਫਿਰ ਦੁੱਖ ਭੋਗਦਾ। ਐਸਾ ਹੀ ਕੋਹੜੀ ਇੱਕ ਤੀਜੇ ਪਾਤਸ਼ਾਹ ਜੀ ਵੇਲੇ ਹੋਇਆ। ਇਹ ਦਰ ਦਰ ਤੋਂ ਮੰਗਦਾ ਫਿਰਦਾ ਸੀਗਾ, ਰੁੜਿਆ ਫਿਰਦਾ ਸੀ, ਹੱਥ ਪੈਰ ਵਿਗੇ ਸੀ ਔਰ ਕੋਈ ਇਹਨੂੰ ਆਪਣੇ ਬਾਰ ਵਿੱਚ ਨਹੀਂ ਸੀ ਖੜਨ ਦਿੰਦਾ। ਇੱਕ ਦਿਨ ਕੋ ਸੰਗਤ ਜਾ ਰਹੀ ਹੈ ਗੋਇੰਦਵਾਲ ਸਾਹਿਬ ਨੂੰ, ਇਹ ਰਸਤੇ ਵਿੱਚ ਆ ਗਿਆ। ਕਹਿੰਦਾ ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਗੋਇੰਦਵਾਲ ਗੁਰੂ ਸਾਹਿਬ ਕੋਲੇ। ਇਹ ਕੋਹੜੀ ਕਹਿੰਦਾ ਮੈਨੂੰ ਵੀ ਲੈ ਚੱਲੋ। ਸੰਗਤ ਨੂੰ ਦਰਦ ਆਪਣਾ ਦਇਆ ਆਈ ਅਤੇ ਉਸ ਮਨੁੱਖ ਨੂੰ ਉਹਨਾਂ ਨੇ ਇੱਕ ਖੇਸ ਵਿੱਚ ਪਾ ਲਿਆ। ਖੇਸ ਵਿੱਚ ਪਾ ਕੇ ਉਸ ਨੂੰ ਆਪਣੇ ਨਾਲ ਚੱਕ ਲਿਆ। ਦੋ ਬੰਦਿਆਂ ਨੇ ਮੋਢਿਆਂ 'ਤੇ ਖੇਸ ਫੜਿਆ, ਇੱਧਰ ਉੱਧਰ ਡੋਲਾ ਬਾਟੀ ਲੈ ਗਏ ਗੋਇੰਦਵਾਲ ਸਾਹਿਬ ਔਰ ਚਰਨ ਕੁੰਡ ਦੇ ਕੋਲ ਲਿਜਾ ਕੇ ਉਸ ਨੂੰ ਬਿਠਾ ਦਿੱਤਾ ਵੀ ਤੂੰ ਇੱਥੇ ਬਹਿ ਜਾ, ਹਜੇ ਤੇਰਾ ਸਰੀਰ ਅੰਦਰ ਜਾਣ ਵਾਲਾ ਨਹੀਂ ਹੈ, ਇਹਨੂੰ ਠੀਕ ਕੋਲ ਨੇ ਫਿਰ ਅੰਦਰ ਜਾਈ। ਉਸ ਨੂੰ ਉੱਥੇ ਬਿਠਾ ਦਿੱਤਾ ਚਰਨ ਕੁੰਡ ਕੋਲ। ਹੁਣ ਉਸ ਨੂੰ ਉੱਥੇ ਜਲ ਪਾਣੀ ਲਿਆ ਕੇ ਦੇ ਦਿੰਦੇ ਆ, ਰੋਟੀ ਪਾਣੀ ਸੰਗਤਾਂ ਉਹਨੂੰ ਉੱਥੇ ਬੈਠੇ ਨੂੰ ਲਿਆ ਕੇ ਫੜਾ ਦਿੰਦੀਆਂ। ਇੱਥੇ ਉਸ ਤੋਂ ਕੋਈ ਨਫ਼ਰਤ ਨਹੀਂ ਕਰਦਾ। ਜਿਵੇਂ ਲੋਕ ਜਦ ਕਿਸੇ ਦੇ ਬਾਰ ਵਿੱਚ ਜਾ ਕੇ ਰੋਟੀ ਮੰਗਦਾ, ਲੋਕ ਨਫ਼ਰਤ ਕਰਕੇ ਕਹਿੰਦੇ ਗਾਹ ਚੱਲ, ਗਾਹ ਚੱਲ, ਗਾਹ ਚੱਲ। ਮੱਖੀਆਂ ਬਹਿੰਦੀਆਂ ਸੀ, ਭਿੜਕਦੀਆਂ ਸੀ, ਸਰੀਰ ਬਹੁਤ ਖਰਾਬ ਸੀ ਉਹਦਾ ਕੋਹੜ ਦੇ ਕਾਰਨ। ਪਰ ਸੰਗਤ ਜਿਹੜੀ ਆ ਉਹ ਨਫ਼ਰਤ ਨਹੀਂ ਕਰਦੀ, ਇਹਨੂੰ ਉੱਥੇ ਬੈਠੇ ਨੂੰ ਪ੍ਰਸ਼ਾਦਾ ਪਾਣੀ ਦਿੰਦੀ ਆ। ਜਦੋਂ ਇਹਨੂੰ ਸਤਿਕਾਰ ਮਿਲਣ ਲੱਗਿਆ, ਉੱਥੋਂ ਹੀ ਚਰਨ ਕੁੰਡ 'ਚੋਂ ਪਾਣੀ ਪੀ ਲੈਂਦਾ, ਉੱਥੇ ਹੀ ਮਿੱਟੀ ਚੱਕ ਕੇ ਆਪਣੇ ਜ਼ਖਮਾਂ 'ਤੇ ਮਲ ਲੈਂਦਾ। ਕਈ ਦਿਨ ਬਤੀਤ ਹੋ ਗਏ। ਹੁਣ ਇਹਦੇ ਅੰਦਰ ਇੱਕ ਫੁਰਨਾ ਪੈਦਾ ਹੋਇਆ ਅਤੇ ਇਹ ਗਾਉਣ ਲੱਗਿਆ, ਗਿਆ ਕਛੋਟਾ ਲੱਧਾ ਪਿਆਰਿਆ, ਗਿਆ ਕਛੋਟਾ ਲੱਧਾ। ਕਛੋਟਾ ਕਹਿੰਦੇ ਆ ਕਛਹਿਰੇ ਨੂੰ, ਭਾਵ ਇੱਜ਼ਤ ਦਾ ਕੱਪੜਾ, ਇੱਜ਼ਤ ਦਾ ਪ੍ਰਤੀਕ। ਇਹਦਾ ਮਤਲਬ ਹੈ ਕਿ ਜਿਹੜੀ ਮੇਰੀ ਇੱਜ਼ਤ ਖਤਮ ਹੋ ਗਈ ਸੀ, ਗੁਰੂ ਘਰ ਦੇ ਵਿੱਚ ਆ ਕੇ ਮੈਨੂੰ ਦੁਬਾਰਾ ਮਿਲ ਗਈ ਹੈ। ਲੋਕ ਨਫ਼ਰਤ ਨਹੀਂ ਕਰਦੇ। ਉੱਥੇ ਬੈਠੇ ਨੂੰ ਸੰਗਤਾਂ ਰੋਟੀ ਲਿਆ ਕੇ ਦੇ ਦਿੰਦੀਆਂ, ਚਾਹ ਲਿਆ ਕੇ ਦੇ ਦਿੰਦੀਆਂ। ਜਦੋਂ ਬੜੇ ਬਰਾਗ ਦੇ ਵਿੱਚ ਰੋਂਦਾ ਹੋਇਆ ਇਹ ਗਾਉਂਦਾ ਕਿ ਬੜੀ ਕਿਰਪਾ ਹੋਈ, ਇੱਥੇ ਘੱਟੋ ਘੱਟ ਮੈਨੂੰ ਸਤਿਕਾਰ ਤਾਂ ਮਿਲ ਗਿਆ, ਰੋਟੀ ਵੀ ਮਿਲਦੀ ਆ। ਅਤੇ ਜਿਸ ਵੇਲੇ ਗੁਰੂ ਪਿਆਰਿਓ ਇਹ ਗਾਉਣ ਲੱਗਿਆ ਰੋਜ਼, ਇੱਕ ਦਿਨ ਸੰਗਤਾਂ ਨੂੰ ਦਇਆ ਆਈ ਅਤੇ ਉਹਨਾਂ ਨੇ ਗੁਰੂ ਸਾਹਿਬ ਕੋਲ ਜਾ ਕੇ ਕਿਹਾ, ਮਹਾਰਾਜ ਇੱਕ ਤੁਹਾਡੇ ਦਰ 'ਤੇ ਕੋਹੜੀ ਬੈਠਾ ਪਿਛਲੇ ਕਾਫੀ ਸਮੇਂ ਤੋਂ, ਅਤੇ ਤੁਸੀਂ ਕਿਰਪਾ ਕਰਕੇ ਉਹਨੂੰ ਬਖਸ਼ ਦਿਓ। ਹੁਣ ਕਿਰਪਾ ਕਰਦੇ ਉਸ 'ਤੇ। ਬਹੁਤ ਚਿਰ ਹੋ ਗਿਆ ਵਿਚਾਰੇ ਨੂੰ, ਨਾਲੇ ਪਤਾ ਨਹੀਂ ਕੀ ਗਾਉਂਦਾ। ਗਿਆ ਕਛੋਟਾ ਲੱਧਾ ਪਿਆਰਿਆ, ਗਿਆ ਕਛੋਟਾ ਲੱਧਾ।
ਪਾਤਸ਼ਾਹ ਕਹਿੰਦੇ ਉਹ ਕਹਿੰਦਾ ਜਿਹੜੀ ਮੇਰੀ ਇੱਜ਼ਤ ਖਤਮ ਹੋ ਗਈ ਸੀ ਇੱਥੇ ਆ ਕੇ ਮੈਨੂੰ ਦੁਬਾਰਾ ਮਿਲ ਗਈ ਆ। ਸ਼ਬਦ ਪੜ੍ਹ ਰਹੇ ਸੀ ਆਪਾਂ, ਬਾਝ ਗੁਰੂ ਹੈ ਅੰਧ ਅੰਧਾਰਾ, ਗੁਰੂ ਤੋਂ ਬਗੈਰ ਐਸਾ ਜੀਵਨ ਬਣ ਜਾਂਦਾ ਮਨੁੱਖ ਦਾ। ਜਮਕਾਲ ਗਰੱਠੇ ਕਰੇ ਪੁਕਾਰਾ, ਜਮਾਂ ਦੇ ਵਸ ਦੁੱਖਾਂ ਦੇ ਵਸ ਪੈ ਜਾਂਦਾ ਹੈ। ਆਂਡੇ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ, ਫਿਰ ਦੁਖੀ ਹੁੰਦਾ ਹੈ ਗੰਦਗੀ ਦਾ ਕੀੜਾ ਬਣ ਕੇ। ਹੁਣ ਗੁਰੂ ਅਮਰਦਾਸ ਜੀ ਕੋਲ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕਹਿੰਦੇ ਇੱਦਾਂ ਕਰੋ ਫਿਰ, ਉਹ ਜਿਹੜਾ ਚਵੱਚਾ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਤੇ ਸਾਡਾ ਇਸ਼ਨਾਨ ਕੀਤੇ ਵਾਲਾ ਪਾਣੀ ਜਿਹੜਾ ਬਾਹਰ ਟੋਹੇ ਵਿੱਚ ਖੜਦਾ ਜਾ ਕੇ, ਉਹ ਚਵੱਚੇ ਵਿੱਚ ਨਵਾ ਕੇ ਲਿਆਓ ਇਹਨੂੰ, ਔਰ ਉਸ ਨੂੰ ਖੇਸ ਵਿੱਚ ਲਪੇਟ ਕੇ ਲਿਆਓ ਮੇਰੇ ਕੋਲ। ਉਸੇ ਤਰ੍ਹਾਂ ਕੱਪੜੇ ਇੱਥੇ ਆਏ ਨੇ ਪਾਵਾਂਗੇ। ਇੱਦਾਂ ਹੀ ਕੀਤਾ ਸਿੰਘਾਂ ਨੇ, ਸਿੱਖਾਂ ਨੇ। ਉਹਨੂੰ ਚੰਗੀ ਤਰ੍ਹਾਂ ਚਵੱਚੇ ਵਿੱਚ ਇਸ਼ਨਾਨ ਕਰਾਇਆ ਤੇ ਇੱਕ ਚਾਦਰ ਵਿੱਚ ਲਪੇਟ ਲਿਆ, ਕੱਪੜੇ 'ਚ ਲਪੇਟ ਲਿਆ। ਹੱਥ ਪੈਰ ਤਾਂ ਵਿੰਗੇ ਸਨ, ਗਠੜੀ ਬਣਿਆ ਪਿਆ ਸੀ ਸਰੀਰ, ਤੇ ਲਿਜਾ ਕਰਕੇ ਸਤਿਗੁਰਾਂ ਦੇ ਸਾਹਮਣੇ ਰੱਖ ਦਿੱਤਾ। ਕਹਿੰਦੇ ਜੀ ਲੈ ਆਂਦਾ। ਕਹਿੰਦੇ ਪਾਤਸ਼ਾਹ ਨੇ ਫਿਰ ਮੂਹਰਲੇ ਪਾਸਿਓਂ ਕੱਪੜਾ ਲਾ ਕੇ ਉਹਦੇ ਸਰੀਰ 'ਤੇ ਐਸੀ ਕਿਰਪਾ ਦ੍ਰਿਸ਼ਟੀ ਪਾਈ, ਐਸੀ ਨਜ਼ਰ ਪਾਈ, ਤੇ ਉਹ ਸਰੀਰ ਉਹਦਾ ਸਹੀ ਸਲਾਮਤ ਹੋ ਗਿਆ। ਹੱਥ ਪੈਰ ਸਿੱਧੇ ਹੋ ਗਏ, ਕੋੜ ਖਤਮ ਹੋ ਗਿਆ। ਤੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਬਣਾ ਕੇ ਰੱਖੇ ਨਵੇਂ ਕੱਪੜੇ ਉਹਨੂੰ ਪਵਾ ਦਿੱਤੇ ਤੇ ਸੰਗਤ ਵਿੱਚ ਬੈਠ ਗਿਆ, ਸਹੀ ਸਲਾਮਤ ਹੋ ਕੇ ਖੜਾ ਹੋ ਗਿਆ। ਹੱਥ ਪੈਰ ਸਿੱਧੇ ਹੋ ਗਏ, ਕੋੜ ਖਤਮ ਹੋ ਗਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਵੋਠਾ ਆਪ ਆਏ। ਇੱਥੇ ਗੁਰਮੁਖ ਦਾ ਅਰਥ ਹੈ ਪਰਮੇਸ਼ਰ ਤੇ ਗੁਰੂ। ਗੁਰੂ ਕੁਛ ਵੀ ਕਰ ਸਕਦਾ, ਜਿਵੇਂ ਗੁਰੂ ਨੇ ਇਸ ਕੋਹੜੀ ਨੂੰ ਰਾਜੀ ਕਰ ਲਿਆ, ਸਹੀ ਕਰ ਲਿਆ। ਪਰਮੇਸ਼ਰ ਨੂੰ ਭੁਲਾਉਣ ਕਰਕੇ ਰੋਗ ਆਏ ਸੀ, ਪਰਮੇਸ਼ਰ ਦੀ ਸ਼ਰਨ ਲੈਣ ਕਰਕੇ ਰੋਗ ਖਤਮ ਹੋ ਗਏ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿੰਡਵੇਂ ਕੌੜੇ ਹੋਏਗੇ ਜਿਤਨੇ ਮਾਇਆ ਭੋਗ। ਚੰਗਾ ਅਮੀਰ ਘਰ ਦਾ ਬੰਦਾ ਸੀ ਇਹ ਵੀ, ਪਰ ਜਿੱਥੇ ਬਹੁਤਾ ਪੈਸਾ ਹੁੰਦਾ ਉੱਥੇ ਜੇ ਨਸ਼ੇ ਚੱਲ ਪਏ, ਨਾ ਸੋਝੀ ਹੋਵੇ ਗੁਰੂ ਦੀ, ਤੇ ਉਹ ਬੱਚੇ ਵਿਗੜ ਜਾਂਦੇ। ਐਸਾ ਹੀ ਹਾਲ ਇਸ ਪ੍ਰੇਮੇ ਕੋਹੜੀ ਦਾ ਵੀ ਸੀ। ਤੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਪਾਈ, ਅੱਜ ਠੀਕ ਕਰਤਾ। ਆਪੇ ਕਰੇ ਕਰਾਏ, ਗੁਰਮੁਖ ਆਪੇ ਕਰੇ ਕਰਾਏ। ਇੱਥੇ ਗੁਰੂ ਦੀ ਕਿਰਪਾ ਹੈ। ਗੁਰਮੁਖ ਹਿਰਦੈ ਵੁੱਠਾ ਆਪੇ ਆਏ। ਜਦੋਂ ਮਨੁੱਖ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਇੱਥੇ ਗੁਰਮੁਖ ਦਾ ਅਰਥ ਹੈ ਪਰਮੇਸ਼ਰ ਦਾ ਨਾਮ, ਪਰਮੇਸ਼ਰ। ਤਾਂ ਫਿਰ ਕੀ ਹੋਇਆ? ਉਹ ਠੀਕ ਹੋ ਗਿਆ। ਠੀਕ ਹੋਣ ਤੋਂ ਬਾਅਦ ਪਾਤਸ਼ਾਹ ਕਹਿੰਦੇ ਸੰਗਤਾਂ ਨੂੰ ਸਿੱਖੋ, ਕਿਸੇ ਦੀ ਲੜਕੀ ਵਿਆਹੁਣ ਯੋਗ ਹੈ ਤਾਂ ਮੈਨੂੰ ਦੱਸੋ, ਆਪਾਂ ਇਹਦੀ ਸ਼ਾਦੀ ਕਰ ਦਈਏ। ਇੱਕ ਸਿੱਖ ਵਿੱਚ ਬੈਠਾ ਸੀ, ਕਹਿੰਦਾ ਜੀ ਮੇਰੀ ਲੜਕੀ ਵਿਆਹੁਣ ਯੋਗ ਹੈ ਜੀ, ਹੁਕਮ ਹੋਵੇ ਤਾਂ ਕਹਿੰਦੇ ਜਾਂ ਲੈ ਕੇ ਆ। ਉਹ ਆਪਣੀ ਬੱਚੀ ਨੂੰ ਧੋਤੇ ਜਾਂ ਨਵੇਂ ਕੱਪੜੇ ਪਵਾ ਕਰਕੇ ਪਾਤਸ਼ਾਹ ਕੋਲ ਲੈ ਆਇਆ, ਔਰ ਪਾਤਸ਼ਾਹ ਜੀ ਨੇ ਦੋਹਾਂ ਬੱਚਿਆਂ ਦੀ ਸ਼ਾਦੀ ਕਰਤੀ, ਵਿਆਹ ਕਰਤਾ। ਕਹਿੰਦੇ ਉਹਦੀ ਮਾਂ ਨੂੰ ਪਤਾ ਲੱਗਿਆ ਵੀ ਜਿਹੜਾ ਕੋਹੜੀ ਬੈਠਾ ਸੀ ਕਈ ਦਿਨਾਂ ਦਾ ਬਾਹਰ 'ਚ, ਉਹਦੇ ਨਾਲ ਮੇਰੀ ਲੜਕੀ ਦਾ ਵਿਆਹ ਕਰਤਾ। ਉਹ ਵਿਚਾਰੀ ਭੱਜੀ ਭੱਜੀ ਆਈ, ਮਹਾਰਾਜ ਮਹਾਰਾਜ ਆ ਕੀ ਕੀਤਾ? ਕਹਿੰਦੇ ਕਿਉਂ? ਮਹਾਰਾਜ ਕੋਹੜੀ ਨਾਲ ਵਿਆਹ ਕਰਤਾ। ਕਹਿੰਦੇ ਕੋਹੜੀ ਲੱਗਦਾ, ਖੜਾ ਹੋ। ਕਹਿੰਦੇ ਜੀ ਨਹੀਂ ਕੋਹੜੀ ਤਾਂ ਨਹੀਂ ਲੱਗਦਾ। ਫਿਰ ਮੇਰਾ ਪੁੱਤਰ ਹੈ ਇਹ, ਜਿਹਦਾ ਕੋਈ ਟਿਕਾਣਾ ਨਹੀਂ ਸੀ, ਜੋ ਨਿਮਾਣਿਆਂ ਦਾ ਮਾਨ ਗੁਰੂ ਅਮਰਦਾਸ ਹੈ, ਉਸ ਕੋਹੜੀ ਨੂੰ ਮਾਨ ਦਿੱਤਾ, ਆਪਣਾ ਪੁੱਤਰ ਬਣਾਇਆ। ਕਹੋ ਸਤਨਾਮ, ਮੇਰਾ ਪੁੱਤਰ ਹੈ ਇਹ। ਉਹਨੂੰ ਤਾਕਤ ਵੀ ਦਿੱਤੀ, ਉਹਦੀ ਸ਼ਾਦੀ ਵੀ ਕੀਤੀ, ਫਿਰ ਉਹਨੂੰ ਬ੍ਰਹਮ ਗਿਆਨ ਵੀ ਦਿੱਤਾ, ਤੇ ਫਿਰ ਉਹਨਾਂ ਦੋਹਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਮੰਜੀ ਵੀ ਦਿੱਤੀ। ਕਹੋ ਸਤਨਾਮ। ਜਿਹੜੀਆਂ 22 ਮੰਜੀਆਂ ਥਾਪੀਆਂ, ਉਹ ਇੱਦਾਂ ਦੇ ਭੋਲੇ ਭਾਲੇ ਸਿੱਖਾਂ ਨੂੰ ਸਤਿਗੁਰਾਂ ਨੇ ਬ੍ਰਹਮ ਗਿਆਨ ਦੇ ਕੇ ਸਦਾ ਸਦਾ ਲਈ ਪ੍ਰਚਾਰਕ ਵੀ ਬਣਾਤਾ। ਤਾਂ ਆਖਰੀ ਪਦੇ ਵਿੱਚ ਪਾਤਸ਼ਾਹ ਇਹੀ ਕਹਿ ਰਹੇ ਹਨ ਕਿ ਗੁਰੂ ਕੁਛ ਵੀ ਕਰ ਸਕਦਾ ਹੈ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਵੁੱਠਾ ਆਪੇ ਆਏ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਭਾਵਨਿਆ। ਇਹ ਸਾਰੀਆਂ ਵਡਿਆਈਆਂ ਨਾਮ ਦੇ ਵਿੱਚ ਹਨ। ਇਹਨਾਂ ਕੋਹੜੀਆਂ ਨੇ ਨਾਮ ਦਾ ਆਸਰਾ ਲਿਆ ਤੇ ਉਹੀ ਕੋਹੜੀ ਸਲਾਉਣ ਜੋਗੇ ਹੋ ਗਏ।
ਜਦੋਂ ਇਹਨਾਂ ਨੇ ਨਾਮ ਨੂੰ ਛੱਡਿਆ, ਵਿਸ਼ੇ ਵਿਕਾਰ ਭੋਗੇ, ਸ਼ਰਾਬਾਂ ਪੀਤੀਆਂ, ਨਸ਼ੇ ਪੀਤੇ, ਉਹਨਾਂ ਦੇ ਸਰੀਰ ਗਲ ਗਏ ਤੇ ਲੋਕ ਇਹਨਾਂ ਨੂੰ ਫਟਕਾਰਾਂ ਪਾਉਂਦੇ ਸੀ। ਇਹ ਸਭ ਵਡਿਆਈਆਂ ਹਰੀ ਦੇ ਨਾਮ ਵਿੱਚ ਹਨ। ਕਹਿੰਦੇ ਗੁਰੂ ਕਿਰਪਾ ਕਰਦਾ ਜਦੋਂ ਕਿਸੇ ਤੇ ਉਹਨੂੰ ਆਪਣਾ ਬਣਾ ਲੈਂਦਾ, ਉਹਦੇ ਹਿਰਦੇ ਵਿੱਚ ਵਸ ਜਾਂਦਾ। ਨਾਨਕ ਨਾਮ ਮਿਲੇ ਵਡਿਆਈ, ਫਿਰ ਉਹਨਾਂ ਨੂੰ ਵਡਿਆਈਆਂ ਵੀ ਦਿੰਦਾ। ਪੂਰੇ ਗੁਰ ਤੇ ਪਾਵਣਿਆ, ਇਹ ਸਾਰੀਆਂ ਚੀਜ਼ਾਂ ਪੂਰੇ ਗੁਰੂ ਤੋਂ ਮਿਲਦੀਆਂ। ਤਾਂ ਤੇ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਸ਼ਬਦ ਦੀ ਆਰੰਭਤਾ ਸੀ, ਪਰਮੇਸ਼ਰ ਨੂੰ ਕਿਵੇਂ ਮਿਲੀਏ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਮਿਲੈ ਮਿਲਾਏ, ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਜਦੋਂ ਸਿੱਖ ਗੁਰੂ ਦੀ ਨਜ਼ਰ ਹੇਠਾਂ ਆ ਜੇ ਫਿਰ ਸਭ ਕੁਛ ਆਪੇ ਹੀ ਕਰ ਦਿੰਦਾ। ਜਿੱਦਾਂ ਇਸ ਕੋਹੜੀ ਨਾਲ ਹੋਇਆ, ਪੂਰੇ ਗੁਰੂ ਤੋਂ ਵਡਿਆਈਆਂ ਵੀ ਮਿਲੀਆਂ, ਸਰੀਰ ਵੀ ਤੰਦਰੁਸਤ ਕਰ ਦਿੱਤਾ, ਸ਼ਾਦੀ ਵੀ ਕਰ ਦਿੱਤੀ। ਇਸੇ ਤਰ੍ਹਾਂ ਹੀ ਸਾਰੇ ਸਿੱਖਾਂ ਦੇ ਉੱਤੇ ਗੁਰੂ ਕਿਰਪਾ ਆਪ ਕਰਦਾ ਹੈ। ਪਰ ਸ਼ਰਤ ਹੈ ਭਾਈ ਗੁਰਦਾਸ ਜੀ ਦੀ, ਚਰਨ ਸ਼ਨ ਗੁਰੂ ਏਕ ਪੈਂਡਾ, ਜਾਏ ਚੱਲ ਸਤਿਗੁਰੂ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਜੇ ਤੁਸੀਂ ਇੱਕ ਕਦਮ ਉੱਠ ਕੇ ਗੁਰੂ ਵੱਲ ਜਾਓਗੇ ਤੇ ਗੁਰੂ ਅੱਗੋਂ ਕਰੋੜਾਂ ਕਦਮ ਚੱਕ ਕੇ ਤੁਹਾਨੂੰ ਆਪ ਸੰਭਾਲੇਗਾ। ਐਸਾ ਗੁਰੂ ਦਾ ਹੁਕਮ ਹੈ। ਅਗਲਾ ਸ਼ਬਦ, ਸਿੱਖਾਂ ਨੇ ਪੁੱਛਿਆ ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ। ਸਿੱਖਾਂ ਨੇ ਬੇਨਤੀ ਕੀਤੀ ਇੱਕ ਦਿਨ, ਪਾਤਸ਼ਾਹ ਕਿ ਸਾਰਿਆਂ ਦੀ ਜੋਤ ਅਲੱਗ-ਅਲੱਗ ਹੈ? ਜਿਵੇਂ ਸਰੀਰ ਅਲੱਗ-ਅਲੱਗ ਹਨ, ਜੋਤ ਵੀ ਅਲੱਗ-ਅਲੱਗ ਹੈ। ਤੋ ਪਾਤਸ਼ਾਹ ਜੀ ਇਸ ਵਿਸ਼ੇ 'ਤੇ ਫਿਰ ਕੀ ਜਵਾਬ ਦਿੰਦੇ ਹਨ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਆਖਰ ਬਾਅਦ ਕਾਰਨ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।